हाँ जी, गुड मॉर्निंग एवरीवन। कल ਆਪਾਂ जो टॉपिक अपने सब्जेक्ट ਦੇ ਵਿੱਚ ਸੀਗਾ एक्सपीरियंशियल लर्निंग सब्जेक्ट अपना पेपर नंबर ਇਹ ਹੈਗਾ ਜੀ 7 एंड जो अपने ਕੋਲ ਇਹਦਾ टॉपिक हैगागा कैरेक्टरिस्टिक्स ऑफ एक्सपीरियंशियल लर्निंग। ਇਹ टॉपिक हैगागा ਆਪਣੇ ਕੋਲੇ ਅੱਜ ਦਾ। ਤੇ ਇਸ ਤੋਂ ਪਹਿਲਾਂ ਜਿਹੜਾ ਆਪਣਾ ਲੈਕਚਰ ਲੱਗਿਆ ਸੀਗਾ ਉਹਦੇ ਵਿੱਚ ਆਪਾਂ ਇੱਕ ਅਨੁਭਵੀ ਸਿੱਖਣ ਦੀਆਂ ਵਿਸ਼ੇਸ਼ਤਾਵਾਂ, ਇਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਅਨੁਭਵੀ ਸਿੱਖਣ ਦੀਆਂ ਵਿਸ਼ੇਸ਼ਤਾਵਾਂ। ਦੈਨ ਇਸ ਤੋਂ ਪਹਿਲਾਂ ਜਿਹੜਾ ਆਪਾਂ ਟੌਪਿਕ ਕਰਕੇ ਹਟੇ ਸੀਗੇ ਉਹ ਸੀਗਾ ਕਿ ਅਨੁਭਵੀ ਸਿੱਖਣ, ਜਦੋਂ ਆਪਾਂ ਅਨੁਭਵੀ ਸਿੱਖਣ ਦੀ ਗੱਲ ਕਰਦੇ ਹੈਗੇ ਆ ਤਾਂ ਉਹਦੇ ਵਿੱਚ ਆਪਾਂ ਉਹਦੀ ਪ੍ਰਕਿਰਤੀ ਜਾਂ ਉਹਦੇ ਸਰੂਪ ਦੀ ਆਪਾਂ ਗੱਲ ਕੀਤੀ ਸੀਗੀ। ਹੁਣ ਜਿਹੜਾ ਆਪਣੇ ਕੋਲੇ ਟੌਪਿਕ ਹੈਗਾ ਕਿ ਕੈਰੈਕਟਰਿਸਟਿਕਸ ਆਫ ਐਕਸਪੀਰੀਐਂਸ਼ੀਅਲ ਲਰਨਿੰਗ, ਅਨੁਭਵੀ ਸਿੱਖਣ ਦੀਆਂ ਵਿਸ਼ੇਸ਼ਤਾਵਾਂ। ਪਹਿਲਾਂ ਪ੍ਰਕਿਰਤੀ ਕੀਤੀ ਸੀਗੀ, ਹੁਣ ਆਪਾਂ ਵਿਸ਼ੇਸ਼ਤਾਵਾਂ ਦੀ ਗੱਲ ਕਰਾਂਗੇ। ਅਨੁਭਵੀ ਸਿੱਖਣ ਦੀਆਂ ਵਿਸ਼ੇਸ਼ਤਾਵਾਂ। ਸਿੱਖਣ ਦੀਆਂ ਵਿਸ਼ੇਸ਼ਤਾਵਾਂ अनुभवी सिखण ਦੀਆਂ ਵਿਸ਼ੇਸ਼ਤਾਵਾਂ, ਇਹ ਆਪਣੇ ਕੋਲੇ ਅੱਜ ਦਾ ਟੌਪਿਕ ਹੈ। ਤਾਂ ਸਭ ਤੋਂ ਪਹਿਲਾਂ ਦੇਖੋ ਆਪਾਂ ਜਦੋਂ ਆਪਣੇ ਸਬਜੈਕਟ ਦੀ ਆਪਾਂ ਇੰਟਰੋਡਕਸ਼ਨ ਕੀਤੀ ਸੀ ਕਿ ਐਕਸਪੀਰੀਐਂਸ਼ੀਅਲ ਦੇ ਮੀਨਿੰਗ ਤੋਂ ਕੀਤੀ ਸੀਗੀ। ਅਨੁਭਵੀ ਆਪਾਂ ਜੋ ਵਿਸ਼ਾ ਹੈ ਆਪਣੇ ਕੋਲੇ ਅਨੁਭਵੀ ਸਿੱਖਣਾ, ਐਕਸਪੀਰੀਐਂਸ਼ੀਅਲ ਤੇ ਆਪਾਂ ਵਰਡ ਤੋਂ ਲੈ ਕੇ ਚੱਲੇ ਸੀਗੇ ਜਦੋਂ ਆਪਾਂ ਇੰਟਰੋਡਕਸ਼ਨ ਕੀਤੀ ਸੀਗੀ। ਉਹਦੇ ਵਿੱਚ ਆਪਾਂ ਕਨਸੈਪਟ ਕਲੀਅਰ ਕੀਤਾ, ਇੰਟਰੋਡਕਸ਼ਨ, ਡੈਫੀਨੇਸ਼ਨਸ, ਦੈਨ ਆਪਾਂ ਜਿਵੇਂ ਆਪਾਂ ਅੱਗੇ ਪੁਆਇੰਟਸ ਆਪਾਂ ਡਿਸਕਸ ਕਰਦੇ ਰਹੇ ਤਾਂ ਮੈਨੂੰ ਇਹ ਲੱਗਦਾ ਵੀ ਹੁਣ ਤੱਕ ਆਪਾਂ ਨੂੰ ਇਹ ਪਤਾ ਲੱਗ ਗਿਆ ਹੋਊਗਾ ਕਿ ਅਨੁਭਵੀ ਜਿਹੜਾ ਸਿੱਖਣਾ ਹੈਗਾਗਾ ਉਹ ਆਪਣੇ ਲਈ ਕਿੰਨੀ ਕੁ ਉਹਦੀ ਇੰਪੋਰਟੈਂਸ ਹੈਗੀ ਹੈ, ਕਿੰਨੀ ਕਿ ਇਹ ਵਿਸ਼ੇਸ਼ਤਾ ਰੱਖਦਾ ਹੈ ਆਪਾਂ ਨੂੰ ਗਿਆਨ ਹਾਸਲ ਕਰਨ ਦੇ ਵਿੱਚ ਜਾਂ ਆਪਣੇ ਵਿੱਚ ਵਾਧਾ ਕਰਨ ਦੇ ਵਿੱਚ, ਆਪਣੇ ਗਿਆਨ ਦੇ ਵਾਧਾ ਕਰਨ ਦੇ ਵਿੱਚ। ਮਤਲਬ ਜਦੋਂ ਅਸੀਂ ਅਨੁਭਵ ਦੀ ਗੱਲ ਕਰਦੇ ਹਾਂ ਨਾ ਤਾਂ ਅਨੁਭਵ ਹੀ ਸਾਡਾ ਕੀ ਹੈਗਾ ਇੱਕ ਗਿਆਨ ਦਾ ਵਿਕਾਸ ਹੈ, ਗਿਆਨ ਦੇ ਵਿਕਾਸ ਦਾ ਰੂਪ ਹੈ। ਸੋ ਅਸੀਂ ਇੰਟਰੋਡਕਸ਼ਨ ਦੇ ਵਿੱਚ ਇਹਦੀ ਜਾਣ ਪਹਿਚਾਣ, ਜੇ ਮੈਂ ਇਹਦੀ ਇੰਟਰੋਡਕਸ਼ਨ ਦੀ ਗੱਲ ਕਰਾਂ ਜਿਹਨੂੰ ਅਸੀਂ ਜਾਣ ਪਹਿਚਾਣ ਕਹਿ ਦਿੰਦੇ ਆ ਇੰਟਰੋਡਕਸ਼ਨ ਦੇ ਵਿੱਚ ਆਪਾਂ ਦੀ ਸੈਲਫ ਇੰਟਰੋਡਕਸ਼ਨ ਦੇ ਸਕਦੇ ਹਾਂ ਜੀ। ਕਾਦੀ ਅਨੁਭਵ ਲਈ ਸਿੱਖਣ ਦੀਆਂ ਵਿਸ਼ੇਸ਼ਤਾਵਾਂ। ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਵਿਅਕਤੀ ਜਾਂ ਇੱਕ ਵਿਦਿਆਰਥੀ ਜਾਂ ਇੱਕ ਸਿੱਖਿਆਰਥੀ, ਇੱਕ ਵਿਅਕਤੀ ਵਿਦਿਆਰਥੀ ਜਾਂ ਸਿੱਖਿਆਰਥੀ ਨੂੰ ਚੇਤਨ ਅਵਸਥਾ ਦੇ ਵਿੱਚ ਆਉਣ ਦੇ ਲਈ, ਉਸ ਨੂੰ ਪ੍ਰਕਿਰਿਆ ਦੇ ਵਿੱਚ ਸ਼ਾਮਲ ਕਰਨ ਦੇ ਲਈ ਅਨੁਭਵ ਦਾ ਹੋਣਾ ਬਹੁਤ ਜ਼ਰੂਰੀ ਹੈ। ਅਨੁਭਵ ਹੋਊਗਾ ਤਾਂ ਉਹਦਾ ਕੀ ਹੈਗਾ ਵਿਕਾਸ ਜਿਹੜਾ ਹੈਗਾ ਪਾਇਆ ਜਾਏਗਾ। ਤਾਂ ਨੈਚੁਰਲੀ ਗੱਲ ਹੈ ਅਨੁਭਵ ਕਿਵੇਂ ਹੋਊਗਾ, ਵਾਰ-ਵਾਰ ਅਭਿਆਸ ਕਰਨ ਦੇ ਨਾਲ ਅਨੁਭਵ ਹੋਊਗਾ। ਜਦ ਸਾਨੂੰ ਵਾਤਾਵਰਨ ਉਹੋ ਜਿਹਾ ਸਿਰਜਿਆ ਜਾਵੇ ਜਿਹਦੇ ਨਾਲ ਸਾਡੀ ਜਿਹੜੀ ਸਿਰਜਣ ਸ਼ਕਤੀ ਜਿਹੜੀ ਹੈਗੀ ਹੈ ਜਾਂ ਜਿਹੜੀ ਸਾਡੀ ਤਰਕ ਸੰਗਤ ਹੈਗੀ ਹੈ, ਮਤਲਬ ਅਸੀਂ ਕਹਿ ਦਿੰਦੇ ਹਾਂ ਜਿਵੇਂ ਆਪਾਂ ਵਾਤਾਵਰਨ ਦੇਖ ਕੇ ਗੱਲ ਕਹਿ ਦਿੰਦੇ ਹੁੰਦੇ ਆ ਵੀ ਹਨੇਰੀ ਵਾਲਾ ਮੌਸਮ ਬਣ ਗਿਆ, ਹੋ ਸਕਦਾ ਵੀ ਚੰਦ ਮਿੰਟਾਂ ਦੇ ਵਿੱਚ ਜਸਟ ਇਨ ਫਿਊ ਮਿੰਟਸ ਜਿਹੜਾ ਇੱਕ ਕਲਾਈਮੇਟ ਹੈਗਾ ਵੈਦਰ ਦਾ ਬਹੁਤ ਜ਼ਿਆਦਾ ਭਿਆਨਕ ਰੂਪ ਲੈ ਸਕਦਾ ਹੈ, ਡੇਂਜਰ ਰੂਪ ਲੈ ਸਕਦਾ ਹੈ। ਉਹ ਸਾਡੀ ਕੀ ਹੈਗੀ ਇੱਕ ਤਰਕ ਸੰਗਤ ਹੈ। ਪਰ ਇਹ ਤਰਕ ਸੰਗਤ ਸੋਚ ਜਿਹੜੀ ਸਾਡੀ ਹੈਗੀ ਹੈ ਇਹ ਕਿਵੇਂ ਬਣਦੀ ਹੈਗੀ ਹੈ, ਸਾਡੇ ਅਨੁਭਵ ਦੇ ਨਾਲ ਬਣਦੀ ਹੈ। ਜਾਂ ਆਪਾਂ ਕਹਿੰਦੇ ਨੇ ਜੀ ਬਹੁਤ ਜ਼ਿਆਦਾ ਕਲਾਊਡਸ ਜਿਹੜੇ ਹੈਗੇ ਨੇ ਬਲੈਕ ਕਲਰ ਦੇ ਕਲਾਊਡਸ ਹੋ ਚੁੱਕੇ ਨੇ, ਬੱਦਲਵਾਈ ਜਿਹੜੀ ਹੈਗੀ ਬਹੁਤ ਜ਼ਿਆਦਾ ਕਾਲੀ ਹੋ ਚੁੱਕੀ ਹੈ ਤਾਂ ਕਾਲੀ ਘਟਨਾ ਛਾ ਸਕਦੀ ਹੈ, ਬਾਰਿਸ਼ ਬਹੁਤ ਤੇਜ਼ ਹੋ ਸਕਦੀ ਹੈ। ਇਹ ਕੀ ਹੈਗਾ ਇੱਕ ਅਨੁਭਵ ਹੈ। ਤਾਂ ਇਹੋ ਜਿਹੀਆਂ ਰਿਅਲਾਈਜੇਸ਼ਨਸ ਜਿਹੜੀਆਂ ਸਾਡੀਆਂ ਹੈਗੀਆਂ ਨੇ, ਕ੍ਰੀਏਟੀਵਿਟੀ ਸਾਡੀਆਂ ਹੈਗੀਆਂ ਨੇ ਅਕੋਰਡਿੰਗ ਟੂ ਸਿਚੁਏਸ਼ਨਸ, ਟਾਈਮਸ, এনवायरमेंट्स, ਇਹ ਸਾਰੀਆਂ ਚੀਜ਼ਾਂ ਸਾਡੇ ਲਈ ਕੀ ਕਰਦੀਆਂ ਹਨ, ਹੈਲਪਫੁਲ ਹਨ ਸਾਡੇ ਇੱਕ ਡਿਵੈਲਪਮੈਂਟ ਦੇ ਲਈ। ਸੋ ਅਸੀਂ ਜਦੋਂ ਕੋਈ ਵੀ ਟੌਪਿਕ ਅਸੀਂ ਸਟਾਰਟ ਕਰਦੇ ਹੈਗੇ ਆ ਤਾਂ ਇਹ ਗੱਲ ਇੱਕ ਕੋਈ ਵੀ ਵਿਸ਼ਾ ਹੋਵੇ, ਕਿਸੇ ਵੀ ਵਿਸ਼ੇ ਦੇ ਵਿੱਚ ਜਦੋਂ ਸਾਨੂੰ ਕਿਸੇ ਟੌਪਿਕ ਦੇ ਪ੍ਰਤੀ ਡਿਸਕਸ ਕਰਦੇ ਆਪਾਂ ਸਟਾਰਟ ਕਰਦੇ ਆ ਤਾਂ ਸਾਡੀ ਉਹਦੀ ਜਿਹੜੀ ਇੰਟਰੋਡਕਸ਼ਨ ਹੈਗੀ ਆ ਸਾਨੂੰ ਉਹਦੇ ਪ੍ਰਤੀ ਭਾਵੇਂ ਸਾਨੂੰ ਦੱਸਿਆ ਗਿਆ ਹੈ ਜਾਂ ਸਮਝਾਇਆ ਗਿਆ ਹੈ, ਜਸਟ ਜਿਵੇਂ ਹੁਣ ਔਰਲੀ ਮੈਂ ਤੁਹਾਨੂੰ ਐਗਜ਼ਾਮਪਲਸ ਦੇ ਕੇ ਤੁਹਾਨੂੰ ਮੈਂ ਦੱਸ ਦਿੱਤਾ ਵੀ ਤੁਸੀਂ ਇੰਟਰੋਡਕਸ਼ਨ ਜਿਹੜੀ ਹੈਗੀ ਆ ਤੁਸੀਂ ਇਸ ਤਰ੍ਹਾਂ ਨਾਲ ਆਪਣੀ ਲਿਖ ਸਕਦੇ ਹੈਗੇ ਹੋ। ਤਾਂ ਇਹ ਆਪਣੀ ਸ਼ਬਦਾਵਲੀ
ਨਹੀਂ ਦੇ ਕੇ ਵੀ ਤੁਸੀਂ ਉਸ ਨੂੰ ਸੰਪੂਰਨ ਤਰੀਕੇ ਨਾਲ ਉਸ ਦੀ ਵਿਸ਼ਲੇਸ਼ਣਤਾ ਜਿਹੜੀ ਹੈਗੀ ਆ ਤੁਸੀਂ ਲਿਖ ਸਕਦੇ ਹੋ, ਵਿਚਾਰ ਸਕਦੇ ਹੋ, ਤੁਸੀਂ ਆਪਣੇ ਉੱਥੇ ਵਿਚਾਰਾਂ ਦੇ ਪ੍ਰਤੀ ਤੁਸੀਂ ਉੱਥੇ ਇੱਕ ਲਿਖਤੀ ਰੂਪ ਦੇ ਸਕਦੇ ਹੋ। ਤਾਂ ਨੈਕਸਟ ਜਿਹੜੀ ਹੈ ਜੇ ਆਪਾਂ ਵਿਸ਼ੇਸ਼ਤਾਵਾਂ ਦੀ ਗੱਲ ਕਰਾਂਗੇ, ਅਨੁਭਵੀ ਸਿੱਖਣ ਦੀਆਂ ਵਿਸ਼ੇਸ਼ਤਾਵਾਂ, ਇਹਦੇ ਵਿੱਚ ਸਭ ਤੋਂ ਫਸਟ ਪੁਆਇੰਟ ਕੀ ਹੋਊਗਾ, ਪ੍ਰਤੱਖ ਜਾਂ ਠੋਸ ਅਨੁਭਵ ਨੂੰ ਰਿਕਾਰਡ ਚਿੰਤਨ। ਪ੍ਰਤੱਖ ਫਸਟ ਪੁਆਇੰਟ ਕੀ ਹੈਗਾ ਇਹਦੇ ਵਿੱਚ, ਪ੍ਰਤੱਖ ਜਾਂ ਤਾਂ ਕਹਿੰਦੇ ਪ੍ਰਤੱਖ ਹੋਵੇ ਜਾਂ ਕਹਿੰਦੇ ਠੋਸ ਹੋਵੇ। ਠੋਸ ਜਿਹੜਾ ਅਨੁਭਵ ਹੈ, ਪ੍ਰਤੱਖ ਹੋਵੇ ਜਾਂ ਹੋਵੇ ਠੋਸ ਜਿਹੜਾ ਸਾਡਾ ਅਨੁਭਵ ਹੈ ਨੂੰ ਇਕਾਗਰ ਚਿੰਤਨ ਕਰਨਾ, ਇਕਾਗਰ ਚਿੰਤਨ ਕਰਨਾ। ਹੁਣ ਇਹ ਆਪਣੇ ਕੋਲ ਇੱਕ ਸਬ ਪੁਆਇੰਟ ਹੈਗਾ ਜੀ, ਫਸਟ ਸਬ ਪੁਆਇੰਟ ਹੈਗਾ, ਮੈਂ ਇਸ ਨੂੰ ਸਿੰਬਲ ਜਿਹੜਾ ਹੈਗਾ ਡਾਟ ਦੇ ਤੌਰ ਤੇ ਦਿੱਤਾ, ਮੈਂ ਨੰਬਰਿੰਗ ਨਹੀਂ ਕੀਤੀ ਹੈਗੀ, ਇਹ ਪੁਰਾਣੀ ਗੱਲਾਂ ਨਹੀਂ ਹੈਗੀਆਂ। ਜਿਵੇਂ ਜਿਵੇਂ ਪੜਾਉਂਦੇ ਜਾਵਾਂਗੇ ਤਾਂ ਸਾਡਾ ਇਹ ਇੱਕ ਰੁਟੀਨ ਬਣ ਜਾਊਗਾ ਇਸ ਨੂੰ ਯੂਜ਼ ਕਰਨ ਦੇ ਲਈ। ਤਾਂ ਜਿਹੜਾ ਪ੍ਰਤੱਖ ਜਾਂ ਠੋਸ ਦੀ ਗੱਲ ਹੋ ਰਹੀ ਹੈ, ਜਦੋਂ ਅਸੀਂ ਕੋਈ ਐਕਟੀਵਿਟੀ ਕਰਦੇ ਹਾਂ, ਕਾਰਜ ਕਰਦੇ ਹਾਂ, ਤਾਂ ਨੈਚੁਰਲੀ ਗੱਲ ਹੈ ਸਾਡੇ ਵਿੱਚ ਉਹ ਪ੍ਰਕਿਰਿਆ ਕੀ ਹੋਊਗੀ, ਇੱਕ ਪ੍ਰਤੱਖ ਹੋਊਗੀ। ਅਸੀਂ ਖੁਦ ਉਹਨੂੰ ਆਪ ਕਰ ਰਹੇ ਹੁੰਦੇ ਆ ਤਾਂ ਸਾਨੂੰ ਕੀ ਹੋਊਗਾ, ਉੱਥੇ ਅਨੁਭਵ ਹੋਊਗਾ। ਤਾਂ ਉਹ ਅਨੁਭਵ ਸਿੱਖਣ ਦੀ ਇੱਕ ਵਿਸ਼ੇਸ਼ਤਾ ਬਣ ਜਾਂਦੀ ਹੈ, ਕਿਹੜੇ ਰੂਪ ਦੇ ਵਿੱਚ, ਇੱਕ ਪ੍ਰਤੱਖ ਜਾਂ ਠੋਸ ਰੂਪ ਦੇ ਵਿੱਚ। ਕਿਉਂਕਿ ਸਾਡੀ ਇੱਥੇ ਕਨਸਰਵੇਸ਼ਨ ਜਿਹੜੀ ਹੈਗੀ ਹੈ, ਅਸੀਂ ਚਿੰਤਨ ਹੁੰਦੇ ਆ ਵੀ ਜੇਕਰ ਇਸ ਕਾਰਜ ਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਕਰਾਂਗੇ ਤਾਂ ਹੀ ਸਾਡੇ ਵਿੱਚ ਕੀ ਹੋਊਗਾ, ਵਿਕਾਸ ਜਿਹੜਾ ਹੈਗਾ ਪਾਇਆ ਜਾਊਗਾ। ਐਗਜ਼ਾਮਪਲ, ਇੱਕ ਕਲਾਸਰੂਮ ਦੇ ਵਿੱਚ ਬੈਠ ਕੇ ਇੱਕ ਟੀਚਰ ਜਿਹੜਾ ਹੈਗਾ ਟੀਚਿੰਗ ਦੇ ਦੌਰਾਨ ਜੇਕਰ ਉਹ ਡਿਫਰੈਂਟ ਮੈਥਡਸ ਵੇਜ਼ ਨੂੰ ਯੂਜ਼ ਨਹੀਂ ਕਰੂਗਾ, ਵਿਦ ਦਾ ਐਗਜ਼ਾਮਪਲਸ ਤੁਸੀਂ ਇਸ ਟੌਪਿਕ ਨੂੰ ਡਿਕਲੇਅਰ ਨਹੀਂ ਕਰੋਗੇ ਸਟੂਡੈਂਟ ਦੇ ਸਾਹਮਣੇ, ਤਾਂ ਸਟੂਡੈਂਟਸ ਦੀ ਐਕਟੀਵਿਟੀਜ਼ ਜਾਂ ਕ੍ਰੀਏਟੀਵਿਟੀਜ਼ ਦੇ ਵਿੱਚ ਵੀ ਡਿਵੈਲਪਮੈਂਟ ਨਹੀਂ ਹੋ ਸਕਦੀ। ਜਿੰਨਾ ਟਾਈਮ ਤੁਸੀਂ ਹਰ ਸਮੇਂ ਦੇ ਅਨੁਸਾਰ, ਸਥਿਤੀ ਦੇ ਅਨੁਸਾਰ ਜੇਕਰ ਆਪਣੇ ਆਪ ਦੇ ਵਿੱਚ ਪਰਿਵਰਤਨ ਲੈ ਕੇ ਆਉਣਾ ਹੈ, ਤਾਂ ਸਾਨੂੰ ਤੁਹਾਡੀਆਂ ਕਾਰਜ ਵਿਧੀਆਂ ਵਿੱਚ ਵੀ ਪਰਿਵਰਤਨ ਹੋਣਾ ਜ਼ਰੂਰੀ ਹੈ, ਤਾਂ ਹੀ ਤੁਹਾਡੇ ਵਿੱਚ ਕੀ ਹੋ ਸਕਦਾ ਹੈ, ਵਿਕਾਸ ਹੋ ਸਕਦਾ। ਦੇਖੋ ਇਹ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇੱਕ ਪ੍ਰਤੱਖ ਰੂਪ ਦੇ ਵਿੱਚ ਔਰ ਠੋਸ ਰੂਪ ਦੇ ਵਿੱਚ। ਜਿਹੜਾ ਪ੍ਰਤੱਖ ਹੋਊਗਾ ਠੋਸ ਵੀ ਹੋਊਗਾ। ਹੁਣ ਆਪਾਂ ਟ੍ਰਾਂਸਫਰ ਦੇ ਤੌਰ ਤੇ ਸਿੱਖ ਰਹੇ ਹਾਂ, ਪੜ੍ਹ ਰਹੇ ਹਾਂ। ਜੇਕਰ ਅਸੀਂ ਚਿੰਤਨ ਹੈ, ਦੇਖੋ ਆਪਾਂ ਫਿਜ਼ੀਕਲੀ ਐਂਡ ਮੈਂਟਲੀ ਤੌਰ ਤੇ ਆਪਾਂ ਕਲਾਸਰੂਮ ਦੇ ਵਿੱਚ ਹੋਣੇ ਜ਼ਰੂਰੀ ਹੈ। ਕਈ ਵਾਰੀ ਇਹ ਹੁੰਦਾ ਬੱਚੇ ਫਿਜ਼ੀਕਲੀ ਬੈਠੇ ਹੁੰਦੇ ਹਨ ਕਲਾਸਰੂਮ ਦੇ ਵਿੱਚ ਔਰ ਮੈਂਟਲੀ ਤੌਰ ਤੇ ਉਹਨਾਂ ਦਾ ਕਿਤੇ ਹੋਰ ਮਾਈਂਡ ਹੁੰਦਾ ਹੈ, ਤਾਂ ਉਹ ਮੈਂਟਲੀ ਤੌਰ ਤੇ ਜੇਕਰ ਪ੍ਰੈਸ਼ਰ ਜੇਕਰ ਕਲਾਸਰੂਮ ਦੇ ਵਿੱਚ ਹੀ ਬਣਾ ਕੇ ਰੱਖਣ ਤਾਂ ਨੋ ਡਾਊਟ ਉਹਨਾਂ ਦੀ ਡਿਵੈਲਪਮੈਂਟ ਇੱਕ ਪ੍ਰਤੱਖ ਤੇ ਠੋਸ ਪ੍ਰਕਿਰਿਆ ਦੇ ਵਿੱਚ ਜਾਣੀ ਜਾਊਗੀ ਔਰ ਇਹ ਇੱਕ ਅਨੁਭਵੀ ਸਿੱਖਣ ਦੀ ਕੀ ਹੈ, ਇੱਕ ਵਿਸ਼ੇਸ਼ਤਾ ਹੈ। ਸੈਕਿੰਡ ਸਬ ਪੁਆਇੰਟ ਦੇ ਵਿੱਚ ਜੇਕਰ ਮੈਂ ਡਿਸਕਸ ਕਰਾਂ ਤਾਂ ਉਹਦੇ ਵਿੱਚ ਕੀ ਹੈ, ਪੂਰਵ ਗਿਆਨ ਅਤੇ ਅਨੁਭਵਾਂ ਦੀ ਨੀਂਹ। ਪੂਰਵ ਗਿਆਨ ਅਤੇ ਅਨੁਭਵਾਂ ਦੀ ਨੀਂਹ। ਪੂਰਵ ਗਿਆਨ ਅਤੇ ਅਨੁਭਵਾਂ ਦੀ ਨੀਂਹ, ਫਾਊਂਡੇਸ਼ਨ ਜਿਹਨੂੰ ਅਸੀਂ ਕਹਿੰਦੇ ਜੀ। ਹੁਣ ਇਹ ਸਾਡੇ ਕੋਲੇ ਸੈਕਿੰਡ ਸਬ ਪੁਆਇੰਟ ਹੈ। ਅਸੀਂ ਇੱਥੇ ਗੱਲ ਕਰਦੇ ਹੈਗੇ ਵਿਸ਼ੇਸ਼ਤਾਵਾਂ ਦੀ। ਹੁਣ ਅਨੁਭਵੀ ਸਿੱਖਣ ਦੀ ਵਿਸ਼ੇਸ਼ਤਾ ਸਾਨੂੰ ਕਿਹੜੇ ਰੂਪ ਦੇ ਵਿੱਚ ਮਿਲਦੀ ਹੈ, ਇੱਕ ਪੂਰਵ ਗਿਆਨ ਤੇ ਇੱਕ ਅਨੁਭਵ ਦੀ। ਹੁਣ ਜਦੋਂ ਅਸੀਂ ਕਿਸੇ ਕਾਰਜ ਨੂੰ ਸ਼ੁਰੂ ਕਰਨ ਦੇ ਲਈ ਵੱਖ-ਵੱਖ ਐਕਟੀਵਿਟੀਜ਼ ਪਲਾਨ ਕਰਦੇ ਹਾਂ, ਯੋਜਨਾ ਬਣਾਉਂਦੇ ਹਾਂ, ਪ੍ਰੀ ਪਲਾਨ ਹੁੰਦਾ ਹੈ ਸਾਡੀ ਕਿਸੇ ਐਕਟੀਵਿਟੀ ਨੂੰ ਕੰਪਲੀਟ ਕਰਨ ਦੇ ਲਈ। ਹੁਣ ਉਸ ਐਕਟੀਵਿਟੀ ਨੂੰ ਕੰਪਲੀਟ ਕਰਨ ਦੇ ਵਿੱਚ ਪ੍ਰੀ ਪਲਾਨ ਕੀ ਹੋਊਗਾ, ਸਾਡੀ ਯੋਜਨਾਵਾਂ ਬਣਨਗੀਆਂ ਵੱਖ-ਵੱਖ ਤਰੀਕੇ ਦੀਆਂ ਵੀ ਇਹਨੂੰ ਕਿਸ ਸਮੇਂ ਦੇ ਵਿੱਚ ਕਿੰਨੇ ਸਮੇਂ ਦੇ ਨਿਰਧਾਰਿਤ ਸਮੇਂ ਦੇ ਅਨੁਸਾਰ ਵੱਖ-ਵੱਖ ਟੂਲ ਇਕਵਿਪਮੈਂਟਸ ਦੀ ਹੈਲਪ ਲੈ ਕੇ ਉਸ ਨੂੰ ਕੰਪਲੀਟ ਕੀਤਾ ਜਾ ਸਕਦਾ ਹੈ। ਤਾਂ ਉਹ ਕੀ ਹੈਗਾ, ਪੂਰਵ ਗਿਆਨ ਅਤੇ ਅਨੁਭਵਾਂ ਦੀ ਨੀਂਹ। ਹੁਣ ਅੱਜ ਦੇਖੋ ਆਪਾਂ ਪ੍ਰੋਫੈਸ਼ਨਲ ਕੋਰਸ ਦੇ ਵਿੱਚ ਐਡਮਿਸ਼ਨ ਹੋਇਆ ਹੈ ਆਪਣਾ, ਦੈਨ ਉਹਦੇ ਵਿੱਚ ਆਪਣੀਆਂ ਕਿੰਨੀਆਂ ਕਿ ਕ੍ਰੀਏਟੀਵਿਟੀਜ਼ ਹੋਣਗੀਆਂ, ਕਿੰਨੀਆਂ ਕਿ ਐਕਟੀਵਿਟੀਜ਼ ਸ਼ਾਮਿਲ ਹੋਣਗੀਆਂ। ਕ੍ਰੀਏਟੀਵਿਟੀਜ਼ ਤਾਂ ਹੀ ਹੋਣਗੀਆਂ ਜੇਕਰ ਸਾਨੂੰ ਪਹਿਲਾਂ ਅਨੁਭਵ ਹੋਇਆ ਹੋਊਗਾ, ਅਸੀਂ ਇਕਾਗਰ ਚਿੰਤਨ ਮਨ ਦੇ ਨਾਲ ਅਸੀਂ
मतलब किते ना किते देखो ਤੁਹਾਨੂੰ हर विषय ਦੇ ਵਿੱਚ हर अध्यापक ने पढ़ना सिखाया, बोलना सिखाया, लिखना सिखाया, समझना सिखाया, मैनर्स कह लो, मॉरलिटी कह लो, ये सारी चीज़ां की हैगियां ने एक साडा एक पूर्व ज्ञान। मतलब जे ਅਸੀਂ ਇਸ ਨੂੰ ਪ੍ਰੈਜ਼ੈਂਟ ਟਾਈਮ ਦੇ ਵਿੱਚ ਅਸੀਂ ਇਸ ਨੂੰ ਯੂਜ਼ ਟੂ ਕਰਨਾ ਹੋਊਗਾ ਤਾਂ ਅਸੀਂ ਉੱਥੇ ਸਾਡੀ ਕੀ ਹੋ ਜਾਂਦੀ ਹੈ ਇੱਕ ਐਕਸਪੀਰੀਐਂਸ਼ਲ ਦੀ ਇੱਕ ਫਾਊਂਡੇਸ਼ਨ ਕ੍ਰੀਏਟ ਹੋ ਜਾਂਦੀ ਹੈ। देखो ये की बन गई एक विशेषता बन गई भी मतलब ਅਸੀਂ ਸਮੇਂ ਦੇ ਅਨੁਸਾਰ ਜੋ ਆਪਣੇ ਵਿੱਚ ਪਰਿਵਰਤਨ ਲੈ ਕੇ ਆਉਂਦੇ ਅਸੀਂ ਆਪਣੇ ਵਿਕਾਸ ਦੇ ਲਈ ਤਾਂ ਉਹ ਕੀ ਹੈਗੀ ਕਿ ਸਾਡੀ ਇੱਕ ਅਨੁਭਵੀ ਸਿੱਖਣ ਦੀ ਕੀ ਹੈਗੀ ਇੱਕ ਵਿਸ਼ੇਸ਼ਤਾ ਹੈ। ਕਿਹੜੇ ਰੂਪ ਦੇ ਵਿੱਚ ਅਸੀਂ ਪੂਰਵ ਗਿਆਨ ਦੀ ਵਰਤੋਂ ਕਰ ਰਹੇ ਹਾਂ ਔਰ ਸਾਡੇ ਵਿੱਚ ਇੱਕ ਅਨੁਭਵ ਦੀ ਜਿਹੜੀ ਫਾਊਂਡੇਸ਼ਨ ਹੈਗੀ ਹੈ ਕ੍ਰੀਏਟੀਵਿਟੀ ਸਿਰਜਣਾਤਮਕਤਾ ਜਿਹੜੀ ਹੈਗੀ ਸਾਡੀ ਉਹ ਕੀ ਹੋ ਰਹੀ ਹੈ ਡਿਵੈਲਪ ਹੋ ਰਹੀ ਹੈ ਵਿਕਾਸ ਕਰ ਰਹੀ ਹੈ। सहयोग ਅਤੇ ਵਿਚਾਰਾਂ तीसरा सॉफ्टवेयर हैगा जी ਸਾਡੇ ਕੋਲ सहयोग ਅਤੇ ਵਿਚਾਰਾਂ ਦੀ ਗੱਲ ਹੋ ਰਹੀ ਹੈ। सहयोग ਅਤੇ ਵਿਚਾਰਾਂ ਦੇ ਉੱਤੇ सहयोग ਅਤੇ ਵਿਚਾਰਾਂ ਦੀ ਗੱਲ ਹੋ ਰਹੀ ਹੈ ਜੀ। ਇੱਥੇ ਸਬ ਪੁਆਇੰਟ ਦੇ ਵਿੱਚ ਵਿਸ਼ੇਸ਼ਤਾਵਾਂ ਦੇ ਵਿੱਚ ਇੱਕ ਅਨੁਭਵੀ ਸਿੱਖਣ ਦੇ ਵਿੱਚ ਜਿਹੜੀ ਵਿਸ਼ੇਸ਼ਤਾ ਹੈਗੀ ਹੈ ਉਹ ਹੈਗੀ ਹੈ सहयोग ਅਤੇ ਵਿਚਾਰ। ਹੁਣ ਦੇਖੋ ਅਸੀਂ ਤੁਸੀਂ ਗ੍ਰੈਜੂਏਸ਼ਨ ਕੀਤੀ ਯੂਨੀਵਰਸਿਟੀਜ਼ ਤੋਂ ਕੀਤੀ, ਕਿਸੇ ਬੱਚੇ ਨੇ ਕਾਲਜਸ ਤੋਂ ਕੀਤੀ, ਕਿਸੇ ਬੱਚੇ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਬੈਠ ਕੇ ਕੰਮ ਨੂੰ ਡਿਊਟੀਜ਼ ਨੂੰ ਕਰਦੇ ਕਰਦੇ ਨਾਲ ਉਹਨਾਂ ਨੇ ਆਪਣੀ ਸਟੱਡੀ ਵੀ ਕੰਟੀਨਿਊ ਰੱਖੀ। ਵੱਖ-ਵੱਖ ਹਾਲਾਤਾਂ ਚੋਂ ਸਮੇਂ ਚੋਂ ਗੁਜ਼ਰਦੇ ਹੋਏ ਅਸੀਂ ਅੱਜ ਇੱਥੇ ਬੈਠੇ ਹਾਂ। ਇੱਥੇ ਬੈਠ ਕੇ ਅਸੀਂ ਕੀ ਦੇਖਦੇ ਹਾਂ ਕਿ ਸਾਡੇ ਵਿੱਚ ਜੋ ਅਨੁਭਵ ਹੈਗਾ ਜੋ ਸਾਡੇ ਵਿੱਚ ਵਿਸ਼ੇਸ਼ਤਾਵਾਂ ਹੈਗੀਆਂ ਨੇ ਸਿੱਖਣ ਦੀਆਂ ਉਹ ਸਾਡੇ ਵਿੱਚ ਇੱਕ ਸਹਿਯੋਗ ਅਤੇ ਵਿਚਾਰਾਂ ਦਾ ਵੀ ਕਿਤੇ ਨਾ ਕਿਤੇ ਯੋਗਦਾਨ ਹੈਗਾ। ਦੇਖੋ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਚਾਹੇ ਉਹ ਪੜ੍ਹਨ ਦੀ ਗੱਲ ਹੋਵੇ, ਸਿੱਖਣ ਦੀ ਗੱਲ ਹੋਵੇ ਜਾਂ ਇੱਕ ਪਲੇਗਰਾਉਂਡ ਦੇ ਵਿੱਚ ਜਦੋਂ ਅਸੀਂ ਖੇਡਣਾ ਹੋਵੇ ਤੇ ਪ੍ਰੀ ਪਲਾਨ ਕੀਤਾ ਜਾਂਦਾ ਹੈ ਟੀਮ ਵੱਲੋਂ। ਤਾਂ ਉਹ ਟੀਮ ਦੇ ਵਿੱਚ ਇੱਕ ਵੱਖ-ਵੱਖ ਪਲੇਅਰਸ ਹੁੰਦੇ ਨੇ ਜਿਹਨਾਂ ਦੇ ਵੱਖ-ਵੱਖ ਕੀ ਹੋਣਗੇ ਜੀ ਵਿਚਾਰ ਹੋਣਗੇ। ਉਹਨਾਂ ਵਿਚਾਰਾਂ ਦੇ ਉੱਪਰ ਜੇਕਰ ਸਹਿਮਤੀ ਦਿੱਤੀ ਜਾਊਗੀ, ਸਹਿਮਤੀ ਕੀ ਮਤਲਬ ਹੈ ਸਹਿਯੋਗ ਕੋਆਪਰੇਸ਼ਨ। ਜੇਕਰ ਸਾਡੇ ਕੋਲ ਕੋਆਪਰੇਸ਼ਨ ਸਾਡੇ ਕੋਲ ਹੈਗੀ ਆ ਤਾਂ ਅਸੀਂ ਐਕਟੀਵਿਟੀਜ਼ ਆਪਣੀ ਰਿਵਿਊਜ਼ ਦੇ ਕੇ ਉਸ ਨੂੰ ਅਸੀਂ ਰਿਫਲੈਕਸ਼ਨ ਦੇ ਤੌਰ ਤੇ ਅਸੀਂ ਉਸ ਨੂੰ ਯੂਜ਼ ਟੂ ਕਰ ਸਕਦੇ ਹੈਗੇ। ਉਹ ਯੂਜ਼ ਟੂ ਹੋਣਾ ਹੀ ਐਕਚੁਅਲੀ ਸਾਡੀ ਕੀ ਹੈਗੀ ਉਹ ਡਿਵੈਲਪਮੈਂਟ ਹੈ। ਦੈਟ ਕਾਲ ਇਜ਼ ਅ ਕੈਰੈਕਟਰਿਸਟਿਕ ਆਫ ਦਾ ਐਕਸਪੀਰੀਐਂਸ਼ੀਅਲ ਲਰਨਿੰਗ ਇਨ ਦਾ ਕੋਆਪਰੇਸ਼ਨ ਐਂਡ ਰਿਵਿਊਜ਼। मतलब की है सहयोग ਅਤੇ जो विचार ने ਸਾਡੇ ਇਹ ਇਹਨਾਂ ਦਾ ਬੜੀ ਇੱਕ ਵਿਸ਼ੇਸ਼ਤਾ ਹੈਗੀ ਹੈ ਇੱਕ ਅਨੁਭਵੀ ਸਿੱਖਣ ਦੇ ਵਿੱਚ। ਨੈਕਸਟ ਸਬਪੁਆਇੰਟ ਹੈਗਾ ਸਾਡੇ ਕੋਲੇ ਜੀ ਕਿਰਿਆਸ਼ੀਲਤਾ ਸ਼ਮੂਲੀਅਤ। ਕਿਰਿਆਸ਼ੀਲਤਾ ਇੱਥੇ ਡਿਵਾਈਡ ਕਰ ਦਿੰਦੇ ਹਾਂ ਇਸ ਨੂੰ ਆਪਾਂ ਕਿਰਿਆਸ਼ੀਲਤਾ ਹੁਣ ਜਿਹੜੀ ਕਿਰਿਆਸ਼ੀਲਤਾ ਜਿਹੜੀ ਹੈਗੀ ਸਾਡੀ ਉਹਦੀ ਸ਼ਮੂਲੀਅਤ ਹੋਣੀ ਬੜੀ ਵਿਸ਼ੇਸ਼ਤਾ ਹੈ ਬਹੁਤ ਵੱਡੀ ਇੱਥੇ ਸਾਡੀ ਸ਼ਮੂਲੀਅਤ। ਲਓ ਇਹ ਸਾਡੇ ਕੋਲੇ ਨੈਕਸਟ ਸਬ ਪੁਆਇੰਟ ਹੈਗਾ ਵਿਸ਼ੇਸ਼ਤਾਵਾਂ ਦੇ ਵਿੱਚ। ਅਨੁਭਵੀ ਸਿੱਖਣ ਦੀਆਂ ਵਿਸ਼ੇਸ਼ਤਾ ਕੀ ਹੈਗੀ ਕਹਿੰਦੇ ਕਿ ਕਿਰਿਆਸ਼ੀਲ ਰੂਪ ਦੇ ਵਿੱਚ ਹੈਗੀ ਹੈ। ਹੁਣ ਦੇਖੋ ਚੇਤਨ ਹੋਣਾ ਸਟਾਰਟਿੰਗ ਵਿੱਚ ਚੱਲੇ ਸੀ ਆਪਾਂ ਇਕਾਗਰ ਚੇਤਨ ਹੋਣਾ ਤਾਂ ਹੀ ਅਸੀਂ ਪ੍ਰਤੱਖ ਰੂਪ ਦੇ ਵਿੱਚ ਹੋਵਾਂਗੇ। ਉਹ ਠੋਸ ਸਾਡੇ ਕੀ ਹੈਗੇ ਨੇ ਅਨੁਭਵ ਨੇ ਕਿਉਂਕਿ ਅਸੀਂ ਖੁਦ ਆਪ ਕਾਰਜ ਕਰਦੇ ਹਾਂ। ਆਪਾਂ ਇੱਕ ਪਹਿਲਾ ਲੈਕਚਰ ਦੇ ਵਿੱਚ ਐਗਜ਼ਾਮਪਲ ਲਈ ਸੀ ਕਿ ਜਦੋਂ ਆਪਾਂ ਖਾਣਾ ਖਾਣ ਲੱਗਦੇ ਹਾਂ ਆਪਾਂ ਨੂੰ ਕਿਸੇ ਵੀ ਕਿਤਾਬ ਦੇ ਵਿੱਚ ਇਹ ਨਹੀਂ ਲਿਖਿਆ ਹੈਗਾ ਤੁਹਾਡਾ ਹੈਂਡ ਰਾਈਟ ਜਾਂ ਲੈਫਟ ਜਿਹੜਾ ਤੁਸੀਂ ਯੂਜ਼ ਕਰਦੇ ਹੋ ਖਾਣਾ ਖਾਣ ਦੇ ਸਮੇਂ ਤਾਂ ਉਹ ਕਿੰਨੇ ਡਿਗਰੀ ਐਂਗਲ ਤੇ ਹੋਣਾ ਚਾਹੀਦਾ ਜਾਂ ਤੁਹਾਡਾ ਮਾਊਥ ਜਿਹੜਾ ਹੈਗਾ ਉਹ ਓਪਨ ਤਾਂ ਹੋਵੇ। ਖਾਣ ਸਮੇਂ ਜਦੋਂ ਬੁਰਕੀ ਅਸੀਂ ਇੱਕ ਬਾਈਟ ਲੈਂਦੇ ਆ ਇੱਕ ਰੋਟੀ ਦੀ ਤਾਂ ਉਹ ਕਿੰਨਾ ਓਪਨ ਹੋਣਾ ਚਾਹੀਦਾ ਨਹੀਂ ਨਾ ਕਿਤੇ ਵੀ। ਅਸੀਂ ਜਿਵੇਂ ਦੇਖੋ ਆਪਾਂ ਟੀਨੇਜ ਤੋਂ ਲੈ ਕੇ ਚਾਈਲਡਹੁੱਡ ਤੋਂ ਲੈ ਕੇ ਟੀਨੇਜ ਤੱਕ ਆ ਚੁੱਕੇ ਹਾਂ। ਟੀਨੇਜ ਤੋਂ ਬਾਅਦ ਆਪਾਂ ਅਡਲਟ ਦੇ ਵਿੱਚ ਜਾਣਾ ਹੈ ਤਾਂ ਆਪਾਂ ਕੀ ਹੋ ਰਿਹਾ ਹੈ ਵਿਕਾਸ ਹੋ ਰਿਹਾ ਦਿਨ ਬ ਦਿਨ ਕਿਹਦੇ ਰਾਹੀਂ ਕਾਰਜ ਦੇ ਰਾਹੀਂ। ਜਿੰਨਾ ਟਾਈਮ ਅਸੀਂ ਕਿਰਿਆਸ਼ੀਲ ਨਹੀਂ ਹੋਵਾਂਗੇ ਤਾਂ ਉਹ ਜਿਹੜੀ ਸ਼ਮੂਲੀਅਤ ਨਹੀਂ ਹੋਊਗੀ ਤਾਂ ਸਾਡੇ ਵਿੱਚ ਡਿਵੈਲਪਮੈਂਟ ਨਹੀਂ ਹੋਊਗੀ। ਬਟ ਅਨੁਭਵੀ ਸਿੱਖਣ ਦੇ ਵਿੱਚ ਕੀ ਹੈਗਾ ਉਹ ਜਦੋਂ ਅਸੀਂ ਅਨੁਭਵੀ ਸਿੱਖਣ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਸਿੱਖਿਆਰਥੀਆਂ ਨੂੰ ਉਹਨਾਂ ਨੂੰ ਐਕਟੀਵਿਟੀਜ਼ ਕਰਵਾਉਂਦੇ ਆ ਤੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਐਕਟੀਵਿਟੀ ਸਾਡੇ ਲਈ ਕੀ ਬੈਨੀਫਿਟ ਲੈ ਕੇ ਆਉਣਗੀਆਂ। ਜਦੋਂ ਉਸ ਨੂੰ ਉਹ ਪੂਰਾ ਕਰ ਲੈਂਦੇ ਹਨ ਉਸ ਤੋਂ ਬਾਅਦ ਜਿਵੇਂ ਉਹਨਾਂ ਨੂੰ ਸਿੱਟੇ ਉਹਨਾਂ ਦੇ ਰਿਜ਼ਲਟ ਜਿਹੜੇ ਹੈਗੇ ਨੇ ਕਨਕਲੂਜਨ ਜਿਹੜਾ ਹੈਗਾ ਇੱਕ
करता है तो उन्होंने बाकी लगता है जी अनुभवता हैगी ना सीखना वो एक क्रियाशीलता की शमूलियत होना एक बहुत बड़ी की हैगी विशेषता है। एक 100 पॉइंट सीधे जी अपने कोले क्रियाशीलता शमूलियत। उस तो बाद नेक्स्ट ਜਿਹੜਾ ਸਾਡੇ ਕੋਲੇ 100 पॉइंट हैगा कोर्स उत्ते केंद्रित। कोर्स उत्ते केंद्रित कोर्स उत्ते केंद्रित ਇਹ ਸਬ ਪੁਆਇੰਟ ਹੈ ਸਾਡੇ ਕੋਲ ਵਿਸ਼ੇਸ਼ਤਾਵਾਂ ਦੇ ਵਿੱਚ ਇੱਕ ਅਨੁਭਵੀ ਸਿੱਖਣ ਦੇ ਵਿੱਚ ਜਿਹੜਾ ਸਾਡੇ ਕੋਲੇ ਕੋਰਸ ਉੱਤੇ ਕੇਂਦਰਿਤ। ਕੋਰਸ ਕੋਈ ਵੀ ਹੋ ਸਕਦਾ ਹੈ, ਕੋਈ ਵੀ ਕੋਰਸ ਹੋ ਸਕਦਾ ਹੈਗਾ। ਜਿਵੇਂ ਸਪੋਜ਼ ਕਰੋ ਕਿ ਇੱਕ ਬੋਲਣਾ ਲਗਾਉਣਾ ਹੈ ਵਿਅਕਤੀ ਨੂੰ, ਸਿਖਿਆਰਥੀ ਨੂੰ ਪੜ੍ਹਨਾ ਸਿਖਾਉਣਾ ਹੈ, ਪੜ੍ਹਨ ਦੇ ਦੌਰਾਨ ਉਹਨੂੰ ਬੋਲਣਾ ਵੀ ਸਿਖਾਉਣਾ ਹੈ। ਤਾਂ ਇੱਕ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ ਤੁਸੀਂ ਆਪਣੀ ਇੰਟਰੋਡਿਊਸ ਦਿਓ, ਮੇਰਾ ਨਾਮ ਆਹ ਹੈ, ਜਿਵੇਂ ਕਿੱਥੋਂ ਬਿਲੋਂਗ ਕਰਦਾ ਹੈਗਾ, ਮੇਰੀ ਪਹਿਲਾਂ ਐਜੂਕੇਸ਼ਨ ਜਿਹੜੀ ਹੈਗੀ ਉਹ ਕਿਹੜੇ ਸਕੂਲ ਵਿੱਚੋਂ ਮੈਂ ਪ੍ਰਾਪਤ ਕੀਤੀ ਹੈ ਔਰ ਮੈਂ किस एरिया ਨੂੰ ਬਿਲੋਂਗ ਕਰਦਾ, ਰੂਰਲ ਨੂੰ ਬਿਲੋਂਗ ਕਰਦਾ ਹੈ ਜਾਂ ਅਰਬਨ ਨੂੰ ਬਿਲੋਂਗ ਕਰਦਾ ਹੈ। ਜੇਕਰ ਇਹ 5-7 ਲਾਈਨਾਂ ਆਪਾਂ ਆਪਦੇ ਬਾਰੇ ਬੋਲਣੀਆਂ ਹੋਣ ਤਾਂ ਉਹਦਾ ਕੋਈ ਵੇ ਹੁੰਦਾ ਹੈ ਕਿ ਬੋਲਣ ਤਾਂ ਇਹੋ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਅਨੁਭਵ ਕਰਕੇ ਹੀ ਸਿੱਖੀਆਂ ਜਾਂਦੀਆਂ ਹਨ। ਹੁਣ ਅਨੁਭਵੀ ਸਿੱਖਣ ਦੀ ਵਿਸ਼ੇਸ਼ਤਾ ਕੀ ਉਹ ਸਾਡੇ ਵਿੱਚ ਕੀ ਲੈ ਕੇ ਆਉਂਦੀ ਹੈ? ਕਹਿੰਦੇ ਜਦੋਂ ਅਸੀਂ ਕੋਈ ਵੀ ਕਿਰਿਆਸ਼ੀਲਤਾ ਹੋਊਗੀ ਸਾਡੀ ਕਿਸੇ ਵੀ ਕਾਰਜ ਨੂੰ ਪੂਰਾ ਕਰਨ ਦੇ ਲਈ, ਕਿਸੇ ਵੀ ਕਾਰਜ ਨੂੰ ਪੂਰਾ ਕਰਨ ਦੇ ਲਈ ਜਦੋਂ ਸਾਡੀ ਕਿਰਿਆਸ਼ੀਲਤਾ ਹੋਊਗੀ, ਸ਼ਮੂਲੀਅਤ ਹੋਊਗੀ, ਸਾਡੀ ਪ੍ਰੈਜੈਂਟੇਸ਼ਨ ਦੇ ਵਿੱਚ ਇਨਵੋਲਵਮੈਂਟ ਹੋਊਗੀ ਤਾਂ ਸਾਡਾ ਕੇਂਦਰਿਤ ਕਿਸ ਦੇ ਉੱਤੇ ਹੋਊਗਾ? ਕੋਰਸ ਦੇ ਉੱਪਰ ਹੋਊਗਾ। ਚਾਹੇ ਉਹ ਬੋਲਣ ਦੀ ਗੱਲ ਹੋ ਰਹੀ ਹੈ ਸਿੱਖਣ ਦੀ, ਚਾਹੇ ਉਹ ਆਪਾਂ ਕਹਿੰਦੇ ਕਿ ਫਿਜ਼ੀਕਲੀ ਅਸੀਂ ਕੋਈ ਪ੍ਰੈਕਟਿਸ ਕਰ ਰਹੇ ਹੋਈਏ, ਕਿਸੇ ਗੇਮ ਦੇ ਪ੍ਰਤੀ ਅਸੀਂ ਆਪਣੇ ਆਪ ਦੇ ਵਿੱਚ ਵਿਕਾਸ ਲੈ ਕੇ ਆਉਣਾ ਹੋਵੇ ਤਾਂ ਨੈਚੁਰਲੀ ਸਾਡੀ ਜਿਹੜੀ ਪ੍ਰੈਜੈਂਟੇਸ਼ਨ ਹੈਗੀ ਹੈ ਉਹ ਸਾਡੀ ਇੱਕ ਕੋਰਸ ਫੋਕਸ ਬਣਿਆ ਹੋਣਾ ਚਾਹੀਦਾ ਸਾਡਾ ਕੋਰਸ ਦੇ ਉੱਪਰ। ਸਾਡਾ ਜੇਕਰ ਮਾਈਂਡ ਹੀ ਨਹੀਂ ਉੱਥੇ ਬੈਠਾ ਹੋਊਗਾ ਤਾਂ ਅਸੀਂ ਸਾਡੇ ਵਿੱਚ ਉਹ ਜਿਹੜੀ ਡਿਵੈਲਪਮੈਂਟ ਨਹੀਂ ਹੋਊਗੀ। ਬਟ ਅਨੁਭਵੀ ਸਿੱਖਣ ਦੀ ਵਿਸ਼ੇਸ਼ਤਾ ਦੇ ਵਿੱਚ ਸ਼ਾਮਲ ਹੈ ਕੋਰਸ ਉੱਤੇ ਕੇਂਦਰਿਤ ਹੋਣਾ। ਇਹ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਸ ਦੀ ਕਿ ਜਿੰਨਾ ਟਾਈਮ ਸਿੱਖਿਆਰਥੀ ਕਿਰਿਆਸ਼ੀਲ ਹੋ ਕੇ ਉਹਦੀ ਜਿਹੜੀ ਸ਼ਮੂਲੀਅਤ ਹੈ ਉਸ ਕੋਰਸ ਦੇ ਉੱਪਰ, ਉਸ ਵਿਸ਼ੇ ਦੇ ਉੱਪਰ ਫੋਕਸ ਰੱਖੂਗਾ, ਕੇਂਦਰਿਤ ਹੋਊਗਾ ਤਾਂ ਉਹਦੀ ਅਨੁਭਵੀ ਸਿੱਖਣ ਦੀ ਵਿਸ਼ੇਸ਼ਤਾ ਦੇ ਰੂਪ ਦੇ ਵਿੱਚ ਉਹਨੂੰ ਨਤੀਜੇ ਜਿਹੜੇ ਰਿਜ਼ਲਟ ਜਿਹੜੇ ਹੈਗੇ ਨੇ, ਸਿੱਟੇ ਜਿਹੜੇ ਹੈਗੇ ਨੇ ਉਹਨੂੰ ਉਹ ਮਿਲ ਸਕਦੇ ਹਨ। ਨੈਕਸਟ ਜਿਹੜਾ ਸੌਪਰੈਂਟ ਹੈਗਾ ਜੀ ਕੌਸ਼ਲ, ਆਤਮ ਵਿਸ਼ਵਾਸ ਅਤੇ ਉਮੀਦਾਂ ਦਾ ਨਿਰਮਾਣ। ਦੇਖੋ ਕੌਸ਼ਲਾਂ ਦੀ ਗੱਲ ਹੋ ਰਹੀ ਹੈ ਜੀ, ਉਮੀਦਾਂ ਦੀ ਗੱਲ ਹੋ ਰਹੀ ਹੈ। ਕੌਸ਼ਲਾਂ ਹੋ ਗਈਆਂ, ਸਾਡੀਆਂ ਉਮੀਦਾਂ ਹੋ ਗਈਆਂ, ਸਾਡਾ ਆਤਮ ਵਿਸ਼ਵਾਸ ਹੋ ਗਿਆ ਅਤੇ ਆਤਮ ਵਿਸ਼ਵਾਸ ਇਹ ਵੀ ਸਾਡੇ ਕੋਲੇ ਸਬ ਪੁਆਇੰਟ ਹੈ ਜੀ ਸਾਡਾ ਇਹ ਕੌਸ਼ਲ ਕੀ ਹੋ ਗਿਆ? ਦੇਖੋ ਐਕਸਪੀਰੀਐਂਸ਼ੀਅਲ ਲਰਨਿੰਗ ਦੀ ਜਿਹੜੀ ਇੱਕ ਕੈਰੈਕਟਰਿਸਟਿਕ ਹੈਗੀ ਆ ਉਹ ਸਾਨੂੰ ਕਿਹੜੇ ਰੂਪ 'ਚ ਦੇਖਣ ਨੂੰ ਮਿਲਦੀ ਹੈ? ਇੱਕ ਕੌਸ਼ਲ ਦੇ ਵਿੱਚ, ਇੱਕ ਹੋਪਫੁਲੀ ਉਮੀਦ ਅਤੇ ਸੈਲਫ ਕੌਨਫੀਡੈਂਸ। ਪਰ ਆਤਮ ਵਿਸ਼ਵਾਸ ਆਪਾਂ ਇੱਕ ਦਿਨ ਆਪਣੇ ਵਿਸ਼ੇ ਦੇ ਵਿੱਚ ਐਗਜ਼ਾਮਪਲ ਲਈ ਸੀ ਕਿ ਜਦੋਂ ਇੱਕ ਬੱਚੇ ਨੂੰ ਆਪਾਂ ਸਾਈਕਲ ਚਲਾਉਣਾ ਸਿੱਖਦੇ ਆ ਤਾਂ ਉਹ ਡਾਇਰੈਕਟ ਸੀਟ ਦੇ ਉੱਪਰ ਬੈਠ ਕੇ ਨਹੀਂ ਚਲਾਉਂਦਾ ਸਾਈਕਲ। ਉਹ ਕਿਵੇਂ ਚਲਾਉਂਦਾ ਹੈ? ਉਹ ਡੰਡੇ ਵਿੱਚ ਦੀ ਆਪਣੀ ਇੱਕ ਲੱਤ ਦੂਸਰੇ ਪਾਸੇ ਕਰਕੇ ਉਹਨੂੰ, ਜੇ ਮੈਂ ਪੰਜਾਬੀ 'ਚ ਪਿਓਰ ਪੰਜਾਬੀ 'ਚ ਗੱਲ ਕਰਾਂ, ਕੈਂਚੀ ਕਹਿੰਦੇ ਨੇ ਉਹਨੂੰ, ਕੈਂਚੀ ਚਲਾਉਣਾ। ਇਹ ਸਾਈਕਲ ਕਿਹੜਾ ਸਿੱਖਿਆ? ਕੈਂਚੀ ਚਲਾਉਣਾ। ਕੈਂਚੀ ਚਲਾਉਣ ਦਾ ਮੀਨਿੰਗ ਕੀ ਹੈਗਾ ਵੀ ਉਹਨੇ ਆਪਦਾ ਸੰਤੁਲਨ ਬਣਾਉਣਾ, ਇਕਾਗਰਤਾ ਬਣਾਉਣੀ ਸਿੱਖਣੀ ਹੈ, ਸਿੱਖ ਰਿਹਾ ਹੈ। ਉਹਨੇ ਆਪਦੇ ਵਿੱਚ ਇੱਕ ਆਤਮ ਜਦੋਂ ਉਹਦੇ ਵਿੱਚ ਵਿਸ਼ਵਾਸ ਪੈਦਾ ਹੋ ਗਿਆ ਤਾਂ ਉਹ ਨੈਚੁਰਲੀ ਉਹ ਸੀਟ ਦੇ ਉੱਤੇ ਬੈਠ ਕੇ ਸਾਈਕਲ ਨੂੰ ਬੈਲੈਂਸ ਬਣਾ ਕੇ ਮੇਨਟੇਨ ਕਰੂਗਾ ਇੱਕ ਡਰਾਈਵਿੰਗ ਦੇ ਵਿੱਚ। ਤਾਂ ਨੋ ਡਾਊਟ ਰੋਡ ਦੇ ਜਿਹੜੇ ਟ੍ਰੈਫਿਕ ਦੇ ਰੂਲਸ ਹੈਗੇ ਨੇ ਉਹਨਾਂ ਨੂੰ ਵੀ ਉਹ ਫੋਲੋ ਕਰੂਗਾ। ਹੁਣ ਜਿਹੜੀ ਕੌਸ਼ਲ ਦਾ ਸਕਿੱਲ, ਦੇਖੋ ਸਕਿੱਲ ਕੀ ਹੈਗੀ ਹੈ? ਸਟੈਪ ਬਾਈ ਸਟੈਪ ਆਉਣੀ। ਆਪਾਂ ਜਦੋਂ ਕਾਲਜ ਦੇ ਵਿੱਚ ਜਦੋਂ ਆਪਾਂ ਕੋਈ ਕਿਰਿਆਸ਼ੀਲ ਹੋਈਏ ਕਿਸੇ ਐਕਟੀਵਿਟੀ ਦੇ ਪ੍ਰਤੀ ਤਾਂ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੇ ਵੀ ਪਹਿਲਾਂ ਆਪਾਂ ਖਤਮ ਕਰਨ ਵਾਲੀ ਵਿਧੀ ਵੱਲ ਤੁਰਦੇ ਹਾਂ, ਫਿਰ ਆਪਾਂ ਸਟਾਰਟਿੰਗ ਕਰਨ ਵਾਲੀ ਵਿਧੀ ਵੱਲ ਆਉਂਦੇ ਨਹੀਂ। ਤਾਂ ਜਦੋਂ ਆਪਾਂ ਕਿਸੇ ਚੀਜ਼ ਨੂੰ ਵਰਤਣਾ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ ਦੇਖਦੇ ਵੀ ਇਹਨੂੰ ਵਰਤਿਆ ਕਿਹੜੇ ਢੰਗ ਨਾਲ ਜਾਂਦਾ ਹੈ।
ਇਹਨੂੰ ਵਰਤਣ ਦੇ ਨਾਲ ਕੀ ਕਿਤੇ ਸਾਡਾ ਨੁਕਸਾਨ ਤਾਂ ਨਹੀਂ ਹੋਊਗਾ, ਕਿ ਸਾਡਾ ਕਿੰਨੇ ਕੁ ਸਾਡੇ ਲਾਭਦਾਇਕ ਹੈ, ਕਿੰਨੇ ਕੁ ਸਾਡੇ ਲਈ ਇਹ ਫਾਇਦੇਮੰਦ ਹੈ। ਜਦੋਂ ਇਹ ਗੱਲਾਂ ਸਾਡੇ ਕੋਲ ਸਾਹਮਣੇ ਆ ਜਾਂਦੀਆਂ ਹਨ ਤਾਂ ਉਮੀਦਾਂ ਤਾਂ ਸਾਡੇ ਵਿੱਚ ਉਮੀਦਾਂ ਵੀ ਜਾਗਰਣ ਹੋ ਜਾਂਦੀਆਂ ਹਨ। ਤਾਂ ਜਦੋਂ ਜਿਵੇਂ ਜਿਵੇਂ ਸਾਡੇ ਵਿੱਚ ਹੋਪਸ ਇਨਕਰੀਜ਼ ਹੋਣਗੇ, ਡਿਵੈਲਪ ਹੋਣਗੇ, ਤਾਂ ਸਾਡੇ ਵਿੱਚ ਨੇਚਰਲੀ ਗੱਲ ਹੈ, ਨੋ ਡਾਊਟਸ ਕਿ ਸਾਡੇ ਵਿੱਚ ਸੈਲਫ ਕੌਨਫੀਡੈਂਸ ਨਹੀਂ ਆਊਗਾ। ਜਿਵੇਂ ਜਿਵੇਂ ਅਸੀਂ ਸਕਿੱਲਸ ਨੂੰ, ਟੈਲੈਂਟਸ ਨੂੰ ਯੂਜ਼ ਟੂ ਕਰਦੇ ਜਾਵਾਂਗੇ, ਉਸੇ ਢੰਗ ਦੇ ਨਾਲ ਸਾਡੇ ਵਿੱਚ ਕੀ ਆਉਂਦਾ ਜਾਊਗਾ, ਸੈਲਫ ਕੌਨਫੀਡੈਂਸ ਆਉਂਦਾ ਜਾਊਗਾ, ਔਰ ਉਮੀਦਾਂ ਤੇ ਅਸੀਂ ਸਾਡੇ ਕੀ ਹੁੰਦੀ ਜਾਊਗੀ, ਵਿਕਾਸ ਹੁੰਦਾ ਜਾਊਗਾ। ਇਹ ਕੁਝ ਸਬ ਪੁਆਇੰਟ ਸੀਗੇ ਜੀ ਆਪਣੇ ਕੋਲੇ ਅਨੁਭਵੀ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ। ਪ੍ਰਤੱਖ ਜਾਂ ਠੋਸ ਅਨੁਭਵ ਨੂੰ ਕਹਿੰਦੇ ਇਕਾਗਰ-ਚਿੰਤਨ ਕਰਨਾ। ਸੈਕਿੰਡ ਪੁਆਇੰਟ ਆਪਾਂ ਕੀਤਾ ਸੀਗਾ ਜੀ ਪੂਰਵ ਗਿਆਨ ਦੀ ਵਰਤੋਂ ਹੁੰਦੀ ਆ, ਇਹ ਇੱਕ ਵਿਸ਼ੇਸ਼ਤਾ ਹੈ, ਅਨੁਭਵਾਂ ਦੀ ਨੀਂਹ ਦੇ ਵਿੱਚ ਵੇਖਿਆ ਗਿਆ ਹੈ। ਫਿਰ ਆਪਾਂ ਸਹਿਯੋਗ ਅਤੇ ਵਿਚਾਰਾਂ ਦੀ ਗੱਲ ਕੀਤੀ। ਜਿੰਨਾ ਟਾਈਮ ਸਹਿਯੋਗ ਨਹੀਂ ਹੋਣਗੇ ਵਿਚਾਰਾਂ ਦੇ ਤਹਿਤ, ਤਾਂ ਉਹਨਾਂ ਦੇ ਟਾਈਮ ਸਾਡੇ ਵਿੱਚੋਂ ਅਨੁਭਵੀ ਸਿੱਖਣ ਦੀ ਵਿਸ਼ੇਸ਼ਤਾਵਾਂ ਵੀ ਨਹੀਂ ਸ਼ਾਮਲ ਹੋ ਸਕਦੀਆਂ। ਉਸ ਤੋਂ ਬਾਅਦ ਕਿਰਿਆਸ਼ੀਲਤਾ ਜਾਂ ਸ਼ਮੂਲੀਅਤ ਦੀ ਗੱਲ ਹੋਈ ਹੈ ਵੀ ਕਿਰਿਆਸ਼ੀਲਤਾ ਜੇਕਰ ਅਸੀਂ ਕਰਾਂਗੇ ਤਾਂ ਸਾਡੀ ਸ਼ਮੂਲੀਅਤ ਹੋਣੀ ਜ਼ਰੂਰੀ ਹੈ। ਔਰ ਕੋਰਸ ਉੱਤੇ ਕੇਂਦਰਿਤ, ਨੈਚੁਰਲੀ ਗੱਲ ਹੈ, ਵਿਸ਼ੇਸ਼ਤਾ ਕਿਸ ਰੂਪ ਦੇ ਵਿੱਚ ਹੋਊਗੀ, ਕੋਰਸ ਦੇ ਉੱਪਰ ਕੇਂਦਰਿਤ ਹੋ ਕੇ ਹੋਊਗੀ। ਔਰ ਉਸ ਤੋਂ ਬਾਅਦ ਸਾਡੇ ਕੋਲੇ ਕੀ ਹੈਗਾ, ਲਚਕਸ਼ੀਲਤਾ, ਜਗਿਆਸਾ, ਸਬ ਪੁਆਇੰਟ ਹੈ ਜੀ ਆਪਣੇ ਕੋਲੇ। ਨੈਕਸਟ लचकशीलता, जिज्ञासा, लचकशीलता, जिज्ञासा, ये अपने कोले नैक्सट साडे कोले विशेषता है। ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ ਜਿਹੜੇ ਇੱਕ ਵਿਦਿਆਰਥੀ ਦੀ ਜਦੋਂ ਆਪਾਂ ਲਰਨਰ ਦੇ ਤੌਰ ਤੇ ਫਾਊਂਡੇਸ਼ਨ ਉਹਦੀ ਕ੍ਰੀਏਟ ਕਰਦੇ ਹੁੰਦੇ ਆ, ਤਾਂ ਉਹਦੇ ਵਿੱਚ ਕ੍ਰੀਏਟੀਵਿਟੀ ਲੈ ਕੇ ਆਉਣ ਦੇ ਲਈ ਇੱਕ ਅਨੁਭਵੀ ਸਿੱਖਣ ਦੇ ਉੱਤੇ ਜਿਹੜਾ ਅਨੁਭਵੀ ਸਿੱਖਣ ਦੀ ਗੱਲ ਹੁੰਦੀ ਹੈ, ਜਿਹੜਾ ਅਨੁਭਵੀ ਹੁੰਦਾ ਵਿਅਕਤੀ ਉਹਦੇ ਉੱਪਰ ਡਿਪੈਂਡ ਕਰਦੀ ਹੁੰਦੀ ਹੈ। ਹੁਣ ਕਿਤੇ ਨਾ ਕਿਤੇ ਲਚਕਸ਼ੀਲਤਾ ਵੀ ਚਾਹੀਦੀ ਤੇ ਜਿਗਿਆਸਾ ਵੀ ਤਾਂ ਹੀ ਆਊਗੀ। ਇਹ ਇੱਕ ਵਿਸ਼ੇਸ਼ਤਾ ਹੈ ਅਨੁਭਵੀ ਸਿੱਖਣ ਦੀ ਵਿਸ਼ੇਸ਼ਤਾਵਾਂ ਦੇ ਵਿੱਚ। ਲਚਕਸ਼ੀਲਤਾ ਦਾ ਹੋਣਾ ਜ਼ਰੂਰੀ ਹੈ ਤਾਂ ਜਿਗਿਆਸਾ ਵੀ ਆਊਗੀ। ਜਿਵੇਂ ਜਿਵੇਂ ਅਸੀਂ ਕੋਈ ਕਾਰਜ ਕਰਦੇ ਹਾਂ, ਜੇਕਰ ਬਾਈ ਚਾਂਸ ਅਸੀਂ ਕਿਸੇ ਕੰਮ ਨੂੰ ਪੂਰਾ ਕਰਨ ਦੇ ਲਈ ਬਹੁਤ ਸਮਾਂ ਲੈ ਰਹੇ ਹਾਂ, ਅਸੀਂ ਵੱਖ-ਵੱਖ ਵਾਤਾਵਰਣ ਪਰਿਸਥਿਤੀਆਂ ਦੇ ਵਿੱਚੋਂ ਗੁਜ਼ਰ ਕੇ ਵੀ ਅਸੀਂ ਉਸ ਨੂੰ ਪੂਰਾ ਨਹੀਂ ਕਰ ਪਾਉਂਦੇ, ਪਰ ਸਾਡੇ ਕੋਲ ਜਿਹੜਾ ਅਨੁਭਵੀ ਸਿੱਖਣ ਦੀ ਗੱਲ ਹੈਗੀ ਆ, ਉਹਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਾਨੂੰ ਵਾਰ-ਵਾਰ ਅਭਿਆਸ ਕਰਨ ਦੇ ਮੌਕੇ ਮਿਲਦੇ ਹਨ, ਔਰ ਵੱਖ-ਵੱਖ ਸਥਿਤੀਆਂ ਔਰ ਸਮੇਂ ਦੇ ਅਨੁਸਾਰ। ਤਾਂ ਉਹ ਕੀ ਹੈਗੀ, ਸਾਡੇ ਕੋਲ ਇੱਕ ਫਲੈਕਸੀਬਿਲਿਟੀ ਹੈ। ਉਹ ਫਲੈਕਸੀਬਿਲਿਟੀ ਸਾਡੇ ਵਿੱਚ ਕੀ ਲੈ ਕੇ ਆਉਗੀ, ਜਿਗਿਆਸਾ ਲੈ ਕੇ ਆਉਗੀ ਵੀ ਸਾਡੇ ਕੋਲ ਉਸ ਟਾਈਮ ਦੇ ਦੌਰਾਨ ਉਹ ਕੰਮ ਪੂਰਾ ਨਹੀਂ ਹੋ ਪਾਇਆ, ਅਸੀਂ ਇਸ ਲਚਕਸ਼ੀਲਤਾ ਦੇ ਨਾਲ ਇਸ ਕੰਮ ਨੂੰ ਹੁਣ ਅਸੀਂ ਬਾਖੂਬੀ ਢੰਗ ਦੇ ਨਾਲ ਅਸੀਂ ਇਸ ਨੂੰ ਪੂਰਾ ਕਰ ਸਕਦੇ ਹਾਂ। ਤਾਂ ਇਹ ਇੱਕ ਕੀ ਹੋ ਗਿਆ ਜੀ, ਅਨੁਭਵੀ ਸਿੱਖਣ ਦੀ ਵਿਸ਼ੇਸ਼ਤਾ ਹੋ ਗਈ। ਅਸਲ ਜੀਵਨ ਦੀਆਂ ਸਥਿਤੀਆਂ, ਅਸਲ ਜੀਵਨ ਦੀਆਂ ਸਥਿਤੀਆਂ। ਨੈਕਸਟ ਪੁਆਇੰਟ ਹੈਗਾ ਜੀ ਸਾਡੇ ਕੋਲੇ ਅਸਲ ਜੀਵਨ, ਅਸਲ ਜੀਵਨ ਦੀਆਂ ਸਥਿਤੀਆਂ। ਦੇਖੋ ਜਿਹੜਾ ਅਨੁਭਵ ਹੈਗਾਗਾ ਉਹ ਹੈ ਹੀ ਪ੍ਰਤੱਖ ਰੂਪ ਦੇ ਵਿੱਚ, ਤਾਂ ਨੋ ਡਾਊਟ ਸਾਡੇ ਵਿੱਚ ਸਾਡੀ ਜੋ ਇੱਕ ਰਿਐਲਿਟੀ ਲਾਈਫ ਹੈਗੀ ਆ, ਅਸੀਂ ਉਹਨਾਂ ਦੇ ਵਿੱਚੋਂ ਗੁਜ਼ਰ ਕੇ ਜਾਂਦੇ ਹਾਂ ਵੱਖ-ਵੱਖ ਸਮੇਂ ਦੇ ਵਿੱਚ। ਤਾਂ ਸਾਡੀਆਂ ਵੱਖ-ਵੱਖ ਗਤੀਵਿਧੀਆਂ ਹੋਣਗੀਆਂ, ਸਿਚੁਏਸ਼ਨ ਸਾਡੀਆਂ ਡਿਫਰੈਂਟ ਹੋਣਗੀਆਂ, ਤਾਂ ਅਸੀਂ ਬਾਖੂਬੀ ਢੰਗ ਦੇ ਨਾਲ ਅਸੀਂ ਸਿੱਖਦੇ। ਔਰ ਜਿਹੜਾ ਅਨੁਭਵੀ ਸਿੱਖਣ ਦੀ ਵਿਸ਼ੇਸ਼ਤਾਵਾਂ ਦੇ ਵਿੱਚ ਜਿਹੜੀਆਂ ਸਾਡੀਆਂ ਜੀਵਨ ਦੀਆਂ ਅਸਲ ਸਥਿਤੀਆਂ ਹੈਗੀਆਂ ਨੇ, ਉਹ ਬੜੀ ਵੱਡੀ ਇੰਪੋਰਟੈਂਸ ਹੈ। ਦੇਖੋ ਜੇਕਰ ਅਸੀਂ ਰਿਐਲਿਟੀ ਦੇ ਵਿੱਚ ਜਿਹੜਾ ਅਸੀਂ ਕਾਰਜ ਕਰਾਂਗੇ ਤਾਂ ਸਾਨੂੰ ਹੀ ਅਨੁਭਵ ਹੋਊਗਾ। ਸੈਲਫ ਰਿਅਲਾਈਜੇਸ਼ਨ ਕੀ ਹੈਗੀ ਆ, ਖੁਦ ਦੀ ਆਪਦੀ ਮਹਿਸੂਸ ਕਰਨ ਦੀ, ਇੱਕ ਖੁਦ ਮਹਿਸੂਸ ਕਰਨਾ ਕਿ ਮੈਨੂੰ ਇਹ ਕਾਰਜ ਕਰਨ ਦੇ ਨਾਲ ਕੀ ਅਨੁਭਵ ਹੋਇਆ, ਵੀ ਇਹ ਕਾਰਜ ਬੜਾ ਔਖਾ ਸੀ, ਬਹੁਤ ਵੱਡੀ ਮਿਹਨਤ ਲੱਗੀ ਇਸ ਦੇ ਉੱਪਰ, ਬਹੁਤ ਜ਼ਿਆਦਾ ਸਮਾਂ ਲਗਾ ਦਿੱਤਾ ਗਿਆ ਦੂਸਰਿਆਂ ਦੇ ਨਾਲ, ਪਰ ਕੋਈ ਸਮੇਂ ਦੇ ਅਨੁਸਾਰ ਜਿਵੇਂ ਜਿਵੇਂ ਤਜਰਬਾ ਆਉਂਦਾ ਜਾਊਗਾ, ਅਭਿਆਸ ਹੁੰਦਾ ਜਾਊਗਾ, ਉਵੇਂ ਸਾਡੇ ਵਿੱਚ ਕੀ ਹੁੰਦਾ ਜਾਊਗਾ, ਵਿਕਾਸ ਹੁੰਦਾ ਜਾਊਗਾ। ਤਾਂ ਉਹ ਵਿਕਾਸ ਦੀ ਦਰ ਜਿਹੜੀ ਹੈਗੀ ਹੈ, ਕਹਿੰਦੇ ਅਸਲ ਜੀਵਨ ਦੇ ਵਿੱਚ
ਵੱਖ-ਵੱਖ ਸਥਿਤੀਆਂ ਮਿਲਣਗੀਆਂ ਬਟ ਕਿਤੇ ਨਾ ਕਿਤੇ ਸਾਡੇ ਕੋਲ ਇੰਨਾ ਕੁ ਤਜਰਬਾ ਹੋ ਜਾਂਦਾ, ਅਸੀਂ ਇੰਨੇ ਕੁ ਅਨੁਭਵੀ ਹੋ ਜਾਂਦੇ ਆ, ਇੰਨਾ ਕੁ ਅਸੀਂ ਸਿੱਖ ਲੈਂਦੇ ਆ ਕਿ ਅਸੀਂ ਉਸ ਕਾਰਜ ਨੂੰ ਬਾਖੂਬੀ ਢੰਗ ਦੇ ਨਾਲ ਅਸੀਂ ਪੂਰਾ ਕਰ ਦਿੰਦੇ ਹਾਂ। ਤਾਂ ਵਿਦਿਅਕ ਸੰਸਥਾਨਾਂ ਦੇ ਵਿੱਚ ਨੈਕਸਟ ਸਬ ਪੁਆਇੰਟ ਹੈਗਾ ਕਿ ਸਾਡੇ ਕੋਲੇ ਵਿਸ਼ੇਸ਼ਤਾਵਾਂ ਦੇ ਰੂਪ ਦੇ ਵਿੱਚ ਵਿਦਿਅਕ ਸੰਸਥਾਨਾਂ ਦੇ ਵਿੱਚ ਇਹ ਸਬ ਪੁਆਇੰਟ ਹੈਗਾ ਸਾਡੇ ਕੋਲ ਜੀ ਵਿਦਿਅਕ ਸੰਸਥਾਨਾਂ ਦੇ ਰੂਪ ਦੇ ਵਿੱਚ ਇੱਕ ਅਨੁਭਵੀ ਸਿੱਖਣ ਦੀ ਵਿਸ਼ੇਸ਼ਤਾ ਹੈ। ਇਹ ਕਿਵੇਂ ਹੈਗੀ ਹੈ, ਮਤਲਬ ਕੀ ਹੈਗਾ ਮਾਨਵਿਕੀ ਤੋਂ ਲੈ ਕੇ ਵਿਗਿਆਨ ਤੱਕ, ਦੇਖੋ ਮਨੁੱਖ ਤੋਂ ਲੈ ਕੇ ਵਿਗਿਆਨ ਤੱਕ, ਪੇਸ਼ੇਵਰ ਖੇਤਰਾਂ ਤੋਂ ਕਲਾਵਾਂ ਤੱਕ, ਮਨੁੱਖ ਤੋਂ ਲੈ ਕੇ ਵਿਗਿਆਨ ਤੱਕ, ਮਨੁੱਖ ਤੋਂ ਲੈ ਕੇ ਵਿਗਿਆਨ ਤੱਕ, ਕੋਮਾ ਪੇਸ਼ੇਵਰ ਖੇਤਰਾਂ ਤੋਂ ਲੈ ਕੇ ਕਲਾਵਾਂ ਤੱਕ, ਮਨੁੱਖ ਤੋਂ ਲੈ ਕੇ ਵਿਗਿਆਨ ਤੱਕ, ਖੇਤਰਾਂ ਤੋਂ ਲੈ ਕੇ ਪੇਸ਼ੇਵਰ ਖੇਤਰਾਂ ਤੋਂ ਲੈ ਕੇ ਕਲਾਵਾਂ ਤੱਕ, ਫਿਰ ਸ਼੍ਰੇਣੀ ਦੇ ਕਮਰਿਆਂ ਤੋਂ ਲੈ ਕੇ ਪ੍ਰਯੋਗਸ਼ਾਲਾ ਤੱਕ, ਸ਼੍ਰੇਣੀ ਦੇ ਕਮਰਿਆਂ ਤੋਂ ਲੈ ਕੇ ਪ੍ਰਯੋਗਸ਼ਾਲਾਵਾਂ ਤੱਕ। देखो ये अपने कोले तीन गल्लां दे पॉइंट दे विच गल कहती है, कहंदे विद्याक संस्थावां दे विच इंस्टीट्यूशन होवे कोई ट्रेनिंग देण वाला, सानू प्रैक्टिकली नॉलेज जदों दिंदे आ तां ओह मनुੱਖ ਤੋਂ ਲੈ ਕੇ ਸਾਇੰਸ ਤੱਕ ਜਾਂਦੇ ਵੀ ਸਾਨੂੰ ਸਾਇੰਸ ਨੇ ਕੀ ਸਿਖਾਇਆ ਹੈਗਾ, ਸਾਡਾ ਦ੍ਰਿਸ਼ਟੀਕੋਣ ਬਣਾਉਂਦੇ ਹਨ, ਅਨੁਭਵ ਲੈ ਕੇ ਆਉਂਦੇ ਨੇ ਸਾਡੇ ਵਿੱਚ। ਫਿਰ ਸਾਨੂੰ ਪੇਸ਼ੇਵਰ ਖੇਤਰਾਂ ਤੋਂ ਲੈ ਕੇ ਕਲਾਵਾਂ ਤੱਕ, ਹੁਣ ਦੇਖੋ ਕੋਈ ਪ੍ਰੋਫੈਸ਼ਨਲ ਕੋਰਸ ਹੁੰਦਾ ਹੈ ਜਿਵੇਂ ਆਰਟ ਐਂਡ ਕਰਾਫਟ ਹੋ ਗਿਆ, ਡਰਾਇੰਗ ਦਾ ਹੋ ਗਿਆ, ਖੇਤੀਬਾੜੀ ਦੇ ਵਿਸ਼ੇ ਹੋ ਗਏ, ਸਾਇੰਸ ਦੇ ਵਿਸ਼ੇ ਹੋ ਗਏ, ਮੈਥਮੈਟਿਕਸ ਦਾ ਵਿਸ਼ਾ ਹੋ ਗਿਆ, ਐਸਐਸਟੀ ਦਾ ਜਿਹਨੂੰ ਅਸੀਂ ਸੋਸ਼ਲ ਸਾਇੰਸ ਵਿਸ਼ੇ ਦੇ ਨਾਮ ਦੇ ਨਾਲ ਜਾਣਦੇ ਆ, ਤਾਂ ਉਹਨਾਂ ਦੇ ਕਲਾਵਾਂ ਕੀ ਹੈਗੀਆਂ ਨੇ, ਕਹਿੰਦੇ ਸ਼੍ਰੇਣੀ ਦੇ ਕਮਰਿਆਂ ਤੋਂ ਲੈ ਕੇ ਪ੍ਰਯੋਗਸ਼ਾਲਾਵਾਂ ਤੱਕ। ਨੈਚੁਰਲੀ ਗੱਲ ਹੈ, ਆਪਾਂ ਜੋ ਵਿਸ਼ੇ ਕਲਾਸਰੂਮ ਦੇ ਵਿੱਚ ਬੈਠ ਕੇ ਪੜ੍ਹਦੇ ਹੁੰਦੇ ਹਨ, ਜੇਕਰ ਅਸੀਂ ਉਹਨਾਂ ਨੂੰ ਪ੍ਰੈਕਟੀਕਲੀ ਯੂਜ਼ ਕਰਨਾ ਹੋਵੇ ਤਾਂ ਅਸੀਂ ਨੋ ਡਾਊਟ ਪ੍ਰਯੋਗਸ਼ਾਲਾਵਾਂ ਦਾ ਅਸੀਂ ਕੀ ਕਰਦੇ ਹੈਗੇ, ਹੈਲਪ ਲੈਂਦੇ ਹੈਗੇ। ਤਾਂ ਇਹ ਸਾਡੀ ਅਨੁਭਵੀ ਸਿੱਖਣ ਦੀ ਵਿਸ਼ੇਸ਼ਤਾ ਹੋਗੀ ਵੱਖ-ਵੱਖ ਸਬ ਪੁਆਇੰਟਸ ਦੇ ਨਾਲ। एक्सप्लेनेशन विद एग्जांपल ਤੁਸੀਂ ਆਪਣੀ ਵੀ ਦੇ ਸਕਦੇ ਹੈਗੇ ਹੋ, ਔਰ ਅਕੋਰਡਿੰਗ ਟੂ ਕਰਿਕੂਲਮ ਜਿਹੜਾ ਸਾਡੇ ਕੋਲ ਇੱਕ ਪਾਠਕ੍ਰਮ ਹੈਗਾ ਗਾ, ਉਹਦੇ ਵਿੱਚ ਜਿਹੜਾ ਟੌਪਿਕ ਸੀਗਾ ਸਾਡਾ ਫਸਟ ਯੂਨਿਟ ਦਾ ਚੱਲ ਰਿਹਾ ਹੈਗਾ, ਸਾਡੇ ਕੋਲ ਸੈਕਸ਼ਨ 1 ਦਾ ਚੱਲ ਰਿਹਾ ਹੈਗਾ ਕਿ ਅਨੁਭਵੀ ਸਿੱਖਣ ਦੀਆਂ ਵਿਸ਼ੇਸ਼ਤਾਵਾਂ, ਵੱਖ-ਵੱਖ ਪੁਆਇੰਟਸ ਦੇ ਰਾਹੀਂ ਆਪਾਂ ਡਿਸਕਸ ਕੀਤਾ। ਆਫਟਰ ਦੈਟ ਆਪਾਂ ਇਹਦਾ ਕਨਕਲੂਜਨ हाँ जी, ਇਹਦਾ ਆਪਾਂ ਅਨੁਭਵੀ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਦਾ ਕਨਕਲੂਜਨ, ਇਹਨੂੰ ਤੁਸੀਂ ਆਪਣੀ ਵਰਡਿੰਗ ਦੇ ਵਿੱਚ ਲਿਖ ਸਕਦੇ ਹੋ ਕਿ ਉਪਰੋਕਤ ਦਿੱਤੇ ਹੋਏ ਵੱਖ-ਵੱਖ ਵਿਸ਼ੇਸ਼ਤਾਵਾਂ ਦੇ ਜੋ ਆਪਣੇ ਸਬ ਪੁਆਇੰਟ ਸੀਗੇ, ਲਾਈਕ ਪ੍ਰਤੱਖ ਜਾਂ ਅਨੁਭਵ ਨੂੰ ਇਕਾਗਰਚਿਤਨ ਦੀ ਗੱਲ ਹੋਈ, ਸਹਿਯੋਗ ਅਤੇ ਵਿਚਾਰਾਂ ਦੀ ਗੱਲ ਹੋਈ, ਲਚਕਸ਼ੀਲਤਾ ਜਗਿਆਸਾ ਦੀ ਗੱਲ ਹੋਈ, ਅਸਲ ਜੀਵਨ ਦੀ ਸਿੱਖਿਆ ਨੂੰ ਲੈ ਕੇ ਜਿਹੜਾ